सो आ जी वीडियो आ ये बेसिकली इस टॉपिक ते मैं इंਡੀਕੇਟਰਸ ਕਿਹੜੇ यूज़ करदा। देखो पहला तो चीज़ ये कि मेरा जो ट्रेडिंग स्टाइल आ वो बाला इंਡੀਕੇਟਰਸ से डिपेंडेंट नहीं हैगा। मैं बेसिकली प्राइस एक्शन ਨੂੰ ज़्यादा इंपॉर्टेंस दिंदा, बट फिर भी इंਡੀਕੇਟਰਸ ਜਿਹੜੇ किते ना किते साडी थोड़ी बहुत हैल्प करते आ। पर सारे इंਡੀਕੇਟਰ ਜਿਹੜੇ ਆ ਉਹ लैग करते आ, मतलब प्राइस एक्शन तो पिछे चलते हैं, चाहे कोई फ्रैक्शन ऑफ अ सैकेंड ही होंगे पिछे, बट स्टिल आप उन्होंने 100% रिलाई कर नहीं सकते तो वो बेस पर आप ट्रेड नहीं लै सकते। बट इस वीडियो में ये समझाऊंगा कि मैं इंਡੀਕੇਟਰਸ ਨੂੰ किवें देखदा। सो जब ट्रेंडिंग मार्केट होंदी आ या मार्केट चॉपी होंदी आ, डिफरेंट वेज होंदे आ मार्केट ਨੂੰ एनालाइज करन दे। सो पहला जिहड़ा इन द चार्ट इंਡੀਕੇਟਰ मैं यूज़ करदा हूँ, बेसिकली यूज़ करदा VWAP, सारिਆਂ ਨੂੰ पता आ। ਜਿਹੜਾ ਆਊਟ ਆਫ ਦਾ ਚਾਰਟ ਇੰਡੀਕੇਟਰਸ ਹੈਗੇ ਉਹ ਹੈਗੇ RSI ਤੇ MACD। ਜਿਹੜਾ MACD ਆ ਉਹ ਮੈਂ 5 ਮਿੰਟ ਤੇ ਵੱਡੇ ਕ੍ਰਾਸਓਵਰ ਦੇਖਣ ਲਈ, ਮੋਮੈਂਟਮ ਸ਼ਿਫਟ ਦੇਖਣ ਲਈ ਯੂਜ਼ ਕਰਦਾ। ਜਿਹੜਾ RSI ਹੈ ਉਹ 5 ਮਿੰਟ ਜਾਂ 15 ਮਿੰਟ ਦੇ ਵਿੱਚ ਜਿਹੜੇ ਰੇਂਜ ਆ ਓਵਰਬੌਟ ਜਾਂ ਓਵਰਸੋਲਡ ਉਹਨੂੰ ਐਨਾਲਾਈਜ਼ ਕਰਨ ਲਈ ਯੂਜ਼ ਕਰਦਾ। ਪਰ ਅੱਜ ਦਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਫਿਬੋਨਾਚੀ ਰਿਟਰੇਸਮੈਂਟ, ਜਾਂ ਕਈ ਫਿਬੋਨਾਚੀ ਕਹਿ ਦਿੰਦੇ ਆ, ਕਈ ਜਣੇ ਉਹਨੂੰ ਫਿਬੋਨਾਚੀ ਕਹਿ ਦਿੰਦੇ ਆ। ਅੱਜ ਆਪਾਂ ਉਹਨੂੰ ਡੈਪਥ ਦੇ ਵਿੱਚ ਦੇਖਾਂਗੇ ਕਿ ਉਹਨੂੰ ਟ੍ਰੈਂਡਿੰਗ ਮਾਰਕੀਟ 'ਚ ਕਿੱਦਾਂ ਯੂਜ਼ ਕਰਨਾ। ਸੋ ਪਹਿਲੀ ਚੀਜ਼ ਜਿਹੜੀ ਆ ਉਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਦ ਮਾਰਕੀਟ ਚੌਪੀ ਆ, ਸਾਈਡਵੇਜ਼ ਆ, ਉਦੋਂ ਫਿਬੋਨਾਚੀ ਆਪਾਂ ਯੂਜ਼ ਨਹੀਂ ਕਰ ਸਕਦੇ। ਉਹਦਾ ਰੀਜ਼ਨ ਇਹ ਆ ਕਿਉਂਕਿ ਫਿਬੋਨਾਚੀ ਰਿਟਰੇਸਮੈਂਟ ਜਿਹੜੀ ਆ ਉਹ ਇੱਕ ਲੈਵਲ ਤੇ ਸਾਨੂੰ ਮਾਰਕੀਟ ਦੇ ਵਿੱਚ ਐਂਟਰੀਆਂ ਐਗਜ਼ਿਟ ਦਾ ਇੱਕ ਤਰੀਕਾ ਦੱਸਦੀ ਆ। ਪਰ ਜਦੋਂ ਮਾਰਕੀਟ ਚੌਪੀ ਹੁੰਦੀ ਆ ਉਹ 2 ਜ਼ੋਨ ਦੇ ਵਿੱਚ ਹੀ ਟ੍ਰੇਡ ਕਰਦੀ ਆ। ਸੋ ਜਦੋਂ ਮਾਰਕੀਟ 2 ਜ਼ੋਨ ਦੇ ਵਿੱਚ ਟ੍ਰੇਡ ਕਰਦੀ ਆ ਉਹਦੇ ਵਿੱਚ ਰਿਟਰੇਸਮੈਂਟ ਫਾਈਂਡ ਕਰਨਾ ਬਹੁਤ ਡਿਫਿਕਲਟ ਹੋ ਜਾਂਦਾ। ਪਰ ਆਪਾਂ ਇਹਦੇ ਵਿੱਚ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਲੈਟਸ ਸੀ ਅਗੇਨ, ਆਪਾਂ ਕੋਈ ਵੀ ਇੰਡੀਕੇਟਰ 1 ਮਿੰਟ ਟਾਈਮ ਫਰੇਮ ਤੇ ਕਦੇ ਯੂਜ਼ ਨਹੀਂ ਕਰਦੇ, ਆਪਾਂ ਨੂੰ 5 ਮਿੰਟ ਦੇ ਜਾਂ ਉਸ ਤੋਂ ਵੱਡੇ ਟਾਈਮ ਫਰੇਮ ਤੇ ਯੂਜ਼ ਕਰਦੇ ਹਾਂ, ਸਪੈਸ਼ਲੀ ਜੇ ਆਪਾਂ ਇੰਟਰਾਡੇ ਟ੍ਰੇਡ ਕਰ ਰਹੇ ਹਾਂ ਤਾਂ। ਸੋ ਹੁਣ ਆਹ ਐਗਜ਼ਾਮਪਲ ਲੈਂਦੇ ਹਾਂ। ਹੁਣ ਜੇ ਤੁਸੀਂ ਦੇਖੋ ਤਾਂ ਇਹਦੇ ਵਿੱਚ ਜਦੋਂ ਟੈਸਲਾ ਹੈਗਾ ਪਹਿਲੇ 20 ਮਿੰਟ ਦੇਖੋ, ਸੋ 5 ਮਿੰਟ ਦੀ ਕੈਂਡਲ ਆ ਤਾਂ 4 ਕੈਂਡਲਾਂ ਜਿਹੜੀਆਂ ਉਹ ਸੇਮ ਜ਼ੋਨ ਦੇ ਵਿੱਚ ਬਣੀਆਂ। ਸੋ ਇੱਥੇ ਮੈਂ ਫਿਬੋਨਾਚੀ ਜਿਹੜੀ ਆ ਜਾਂ ਫਿਬੋਨਾਚੀ ਨੂੰ ਮੈਂ ਯੂਜ਼ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇੱਥੇ ਕੋਈ ਵੀ ਰਿਟਰੇਸਮੈਂਟ ਨਜ਼ਰ ਨਹੀਂ ਆ ਰਹੀ। ਜੇ ਰਿਟਰੇਸਮੈਂਟ ਨਜ਼ਰ ਆ ਵੀ ਰਹੀ ਹੈ ਤਾਂ ਇੱਕ ਗ੍ਰੀਨ ਕੈਂਡਲ, ਇੱਕ ਰੈੱਡ, ਇੱਕ ਗ੍ਰੀਨ, ਇੱਕ ਰੈੱਡ। ਸੋ ਬੇਸਿਕਲੀ ਉੱਥੇ ਹੀ ਉਹ 100% ਦੇ ਲੈਵਲ ਤੱਕ ਰਿਟਰੇਸ ਹੋ ਰਹੀ ਆ। ਮੈਂ ਫਿਬੋਨਾਚੀ ਲੈਵਲ ਜਿਹੜਾ ਉਹ ਕਦੋਂ ਯੂਜ਼ ਕਰ ਸਕਦਾ, ਜਦੋਂ ਆਹ ਵਾਲਾ ਜਿਹੜਾ ਲੈਵਲ ਆ ਇਹ ਬ੍ਰੇਕਆਊਟ ਹੋਇਆ। ਸੋ ਜਦੋਂ ਗ੍ਰੀਨ ਕੈਂਡਲ ਵੱਡੀ ਬਣੀ ਆ ਉਸ ਤੋਂ ਬਾਅਦ ਅਗੇਨ ਕੰਸੋਲੀਡੇਸ਼ਨ, ਫੇਰ ਵੱਡੀ, ਫੇਰ ਕੰਸੋਲੀਡੇਸ਼ਨ, ਫੇਰ। ਸੋ ਬੇਸਿਕਲੀ ਮਾਰਕੀਟ ਨੇ ਟੈਸਲਾ ਨੇ ਇਹਦੇ ਵਿੱਚ ਕੀ ਕੀਤਾ, ਹਾਇਰ ਹਾਈਜ਼ ਹਾਇਰ ਲੋ, ਹਾਇਰ ਹਾਈ ਹਾਇਰ ਲੋ, ਹਾਇਰ ਹਾਈ। ਸੋ ਇਸ ਤਰੀਕੇ ਨਾਲ ਜਿਹੜਾ ਹੈ ਟ੍ਰੈਂਡ ਪੂਰਾ ਬਣਾਇਆ ਜਦੋਂ ਇੱਕ ਵਾਰੀ ਬ੍ਰੇਕਆਊਟ ਕਰਤਾ। ਸੋ ਜਦੋਂ ਇੱਕ ਵਾਰੀ ਬ੍ਰੇਕਆਊਟ ਕੀਤਾ ਉਸ ਲੈਵਲ ਤੇ ਮੈਂ ਫਿਬ ਲੈਵਲ ਕਿੱਦਾਂ ਯੂਜ਼ ਕਰ ਸਕਦਾ ਉਹ ਹੁਣ ਦੇਖਦੇ ਹਾਂ ਆਪਾਂ। ਹੁਣ ਆਹ ਵਾਲੀ ਜਿਹੜੀ ਟੈਸਲਾ ਦੀ ਐਗਜ਼ਾਮਪਲ ਆ ਇਹਦੇ ਵਿੱਚ ਫਿਬ ਲੈਵਲ ਲਾ ਕੇ ਦੇਖਦੇ ਹਾਂ। ਦੇਖੋ ਕਈ ਇਹਨੂੰ ਲੋਅਰ ਟੂ ਹਾਈਅਰ ਤੇ ਲਾਉਂਦੇ ਆ, ਕਈ ਇਹਨੂੰ ਹਾਇਰ ਟੂ ਲੋਅਰ ਤੇ ਲਾਉਂਦੇ ਆ। ਕੋਈ ਵੀ ਤਰੀਕਾ ਗਲਤ ਨਹੀਂ ਹੈਗਾ ਕਿਉਂਕਿ ਆਪਣਾ ਜਿਹੜਾ ਮੋਟਿਵ ਹੈਗਾ ਉਹ ਹੈਗਾ ਰਿਟਰੇਸਮੈਂਟ ਲੈਵਲ ਫਾਈਂਡ ਆਊਟ ਕਰਨ ਦਾ। ਸੋ ਆਪਾਂ ਫਿਬ ਇੰਡੀਕੇਟਰ ਤੇ ਲਾਉਂਦੇ ਆ। ਲੈਟਸ ਸੇ ਆਪਾਂ ਜੇ ਆਹ ਵਾਲਾ ਲੋਅਰ ਪੁਆਇੰਟ ਆ ਇੱਥੋਂ ਲਾਉਂਦੇ ਆ ਰੀਸੈਂਟ ਹਾਈਜ਼ ਤੇ, ਆਹ ਵਾਲੇ ਤੇ। ਸੋ ਸਾਨੂੰ ਪਤਾ ਕਿ ਹੁਣ ਇਸ ਲੈਵਲ ਦੇ ਉੱਪਰ VWAP ਵੀ ਹੈਗਾ। ਆਹ ਵਾਲੀ ਜਿਹੜੀ ਬਲੂ ਲਾਈਨ ਆ ਇਹ ਹੈਗੀ ਆ VWAP। ਸੋ ਰਿਟਰੇਸਮੈਂਟ ਜਿਹੜੀ ਆ ਉਹ ਮੈਕਸਿਮਮ ਆਪਾਂ ਜਿਹੜੀ ਸਾਨੂੰ ਆਈਡੀਅਲ ਰਿਟਰੇਸਮੈਂਟ ਚਾਹੀਦੀ ਹੁੰਦੀ ਉਹਦੀ 50% ਜਾਂ ਫਿਰ 38%। ਉਸ ਤੋਂ ਜਿਹੜੀ ਜ਼ਿਆਦਾ ਆ, ਜਿੱਦਾਂ 61 ਹੋ ਗਈ ਜਾਂ ਜਿਹੜੀ 78 ਆ, ਉਹ ਕਿਤੇ ਨਾ ਕਿਤੇ ਜ਼ਿਆਦਾ ਹੋ ਜਾਂਦੀ, ਆਪਾਂ ਉਹਨੂੰ ਅਵੋਇਡ ਕਰਦੇ ਹਾਂ। ਸੋ ਮੈਕਸਿਮਮ ਜਿਹੜੀ ਆ ਸਾਨੂੰ ਆਈਡੀਅਲ ਰਿਟਰੇਸਮੈਂਟ ਕਿੰਨੀ ਚਾਹੀਦੀ ਹੁੰਦੀ, 38 ਤੇ 50। ਸੋ ਲੈਟਸ ਸੇ ਹੁਣ ਜਦੋਂ ਆਹ ਵਾਲਾ ਤੁਸੀਂ ਲੈਵਲ ਦੇਖ ਰਹੇ ਹੋ 38 ਦਾ, ਸੋ 38 ਦੇ ਲੈਵਲ ਦਾ ਰਿਟਰੇਸਮੈਂਟ ਦਾ ਕੀ ਮਤਲਬ ਹੈ, ਇੱਥੇ VWAP ਵੀ ਹੈਗੀ ਆ ਪਲੱਸ ਆਈਡੀਅਲ ਰਿਟਰੇਸਮੈਂਟ ਆ। ਸੋ ਇੱਥੇ ਤੁਸੀਂ ਐਂਟਰ ਕਰ ਸਕਦੇ ਸੀ, ਆਪਦਾ ਮੇਬੀ ਸਟਾਪ ਲਾਸ ਰੱਖ ਸਕਦੇ ਸੀ ਅੰਡਰ 50 ਤੇ ਓਵਰ 61। ਸੋ ਮੇਬੀ ਤੁਹਾਡਾ ਜਿਹੜਾ ਸਟਾਪ ਲਾਸ ਆ ਉਹ ਹੋ ਸਕਦਾ ਸੀ ਆਹ ਵਾਲੇ ਲੈਵਲ ਤੇ। ਸੋ ਮੇਰੀ ਜਿਹੜੀ ਐਂਟਰੀ ਆ ਆਪਾਂ ਇਹਨੂੰ ਐਗਜ਼ੈਕਟਲੀ ਫਾਈਂਡ ਆਊਟ ਕਰਦੇ ਹਾਂ। ਜਿਹੜੀ ਮੇਰੀ ਐਂਟਰੀ ਆ ਉਹ ਹੋ ਸਕਦੀ ਸੀ ਇੱਥੇ, ਤੇ ਜਿਹੜਾ ਮੇਰਾ ਸਟਾਪ ਲਾਸ ਆ ਉਹ ਹੋ ਸਕਦਾ ਸੀ ਆਹ ਵਾਲੇ ਲੈਵਲ ਤੇ ਜਿੱਥੇ ਰਿਟਰੇਸਮੈਂਟ ਦਾ ਜਿਹੜਾ 50% ਤੇ 61% ਦੇ ਵਿੱਚ। ਜਿਹੜਾ ਮੇਰਾ ਪਹਿਲਾ ਟਾਰਗੇਟ ਆ ਉਹ ਹੋ ਸਕਦਾ ਸੀ ਜਿਹੜੇ ਪਹਿਲੇ ਹਾਈਜ਼ ਇਹਨੇ ਬਣਾਏ ਆ ਉੱਥੇ। ਸੋ ਪਹਿਲਾ ਟਾਰਗੇਟ ਵੀ ਜੇ ਮੈਂ ਅਚੀਵ ਕਰਦਾ ਤਾਂ ਮੈਨੂੰ ਈਜ਼ਲੀ 2:1 ਦੀ ਰਿਸਕ ਟੂ ਰਿਵਾਰਡ ਮਿਲ ਰਹੀ ਆ। ਸੋ ਦੈਟ ਮੀਨਸ ਕਿ ਮੈਂ ਰਿਟਰੇਸਮੈਂਟ ਦੇ ਬੇਸਿਸ ਦੇ ਉੱਪਰ ਆਪਦਾ ਐਗਜ਼ਿਟ ਤੇ ਆਪਦੀ ਐਂਟਰੀ ਜਿਹੜੀ ਡਿਸਾਈਡ ਕਰ ਸਕਦਾ। ਸੋ ਅਗੇਨ ਜਦੋਂ ਵੀ ਕੋਈ ਰਿਟਰੇਸ ਹੁੰਦਾ, ਜਦੋਂ ਵੀ ਕੋਈ ਮਾਰਕੀਟ ਜਾਂ ਕੋਈ ਵੀ ਸਟਾਕ ਆ ਰਿਟਰੇਸ ਕਰਦਾ, ਉਹਦਾ ਆਪਣਾ ਜਿਹੜਾ ਟਾਰਗੇਟ ਆਪਾਂ ਰੱਖਣਾ ਉਹ ਰੱਖਣਾ ਹਮੇਸ਼ਾ 0% ਦੇ ਲਾਗੇ, ਯਾਨੀ ਕਿ ਜਿਹੜੇ ਆਪਣੇ ਰੀਸੈਂਟ ਹਾਈਜ਼ ਬਣੇ ਆ ਉਹਨਾਂ ਦੇ ਨੇੜੇ ਤੇੜੇ। ਇਸ ਲੈਵਲ ਦੇ ਉੱਪਰ ਜਿਹੜਾ ਟਾਰਗੇਟ ਰੱਖਣ ਦਾ ਰੀਜ਼ਨ ਕੀ ਆ, ਇਸ ਲੈਵਲ ਦੇ ਉੱਪਰ ਤਾਂ ਰੀਜ਼ਨ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਡਬਲ ਟੌਪ ਬਣ ਸਕਦਾ, ਮਤਲਬ ਇੱਥੇ ਰੈਜ਼ਿਸਟੈਂਸ ਜਿਹੜੀ ਆ ਉਹ ਮੇਜਰ ਬਣ ਸਕਦੀ ਆ। ਦੈਟ ਮੀਨਸ ਆਪਾਂ ਆਹ ਵਾਲਾ ਜਿਹੜਾ ਲੈਵਲ ਆ ਇਹਦੇ ਵਿੱਚ ਆਪਾਂ ਦਾ ਮੋਟਿਵ ਇਹ ਆ ਕਿ ਆਪਣੇ ਜਿਹੜੇ ਮੋਸਟ ਆਫ ਦਾ ਪ੍ਰੋਫਿਟ ਆ ਉਹ ਆਪਾਂ ਲੌਕ ਕਰ ਲਈਏ। ਪਲੱਸ ਇਹਦੇ ਵਿੱਚ ਇੱਕ ਤੁਹਾਨੂੰ ਦੂਜੀ ਚੀਜ਼ ਜਿਹੜੀ ਨਜ਼ਰ ਆਊਗੀ ਉਹ ਆਊਗੀ ਕਿ ਜੇ ਆਪਾਂ ਸਟਾਪ ਲਾਸ ਤੇ ਟਾਰਗੇਟ ਦੀ ਰਿਸਕ ਟੂ ਰਿਵਾਰਡ ਰੇਸ਼ੋ ਦੇਖੀਏ ਤਾਂ ਉਹ ਜਿਹੜੀ ਬਣਦੀ ਆ 2:1। ਸੋ ਜਦੋਂ ਸਾਨੂੰ ਈਜ਼ੀਲੀ 2:1 ਰੇਸ਼ੋ ਮਿਲ ਰਹੀ ਆ, ਸਾਡਾ ਜਿਹੜਾ ਪ੍ਰੋਫਿਟ ਆ ਉਹ ਵਧੀਆ ਬਣ ਰਿਹਾ, ਡਬਲ ਬਣ ਰਿਹਾ ਜਿਹੜਾ ਲਾਸ ਤੋਂ। ਸੋ ਦੈਟ ਮੀਨਸ ਸਾਨੂੰ ਕਿਤੇ ਨਾ ਕਿਤੇ ਆਪ ਦਾ ਪਾਰਸ਼ਲ ਆ ਉੱਥੇ ਚੱਕ ਲੈਣੀ ਚਾਹੀਦੀ ਆ।
ਜਿਹੜਾ ਫਿਬੋਨਾਕੀ ਰਿਟਰੇਸਮੈਂਟ ਆ ਇਹਨੂੰ ਸਿਰਫ ਤੁਸੀਂ ਇੰਟਰਾਡੇ ਦੇ ਵਿੱਚ ਨਹੀਂ ਯੂਜ਼ ਕਰ ਸਕਦੇ, ਇਹਨੂੰ ਜਿੰਨੇ ਵੱਡੇ ਟਾਈਮ ਫਰੇਮ ਆ 5 ਮਿੰਟ 15 ਮਿੰਟ 30 ਮਿੰਟ ਈਵਨ ਇਹਨੂੰ ਜਦੋਂ ਸਵਿੰਗ ਟ੍ਰੇਡਿੰਗ ਤੁਸੀਂ ਕਰ ਰਹੇ ਆ ਉਦੋਂ ਵੀ ਟ੍ਰੇਡਿੰਗ ਲਈ ਯੂਜ਼ ਕਰ ਸਕਦੇ ਆ। ਸੇਮ ਟਾਈਮ ਫਰੇਮ ਦੇ ਵਿੱਚ ਆਪਾਂ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਆ। ਸੋ Amazon ਦਾ ਚਾਰਟ ਹੈਗਾ 5 ਮਿੰਟ ਦਾ ਟਾਈਮ ਫਰੇਮ ਆ, ਇਹਦੇ ਵਿੱਚ ਦੇਖੋ ਟ੍ਰੈਂਡਿੰਗ ਡੇ ਆ। ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਜਿਸ ਦਿਨ ਚੌਪੀ ਮਾਰਕੀਟ ਆ ਉਸ ਦਿਨ ਇਹਨੂੰ ਯੂਜ਼ ਨਹੀਂ ਕਰਨਾ। ਸੋ ਜੇ ਤੁਸੀਂ ਦੇਖੋ ਤਾਂ ਸਟਾਰਟਿੰਗ ਤੋਂ ਹੀ 5 ਮਿੰਟ ਦੇ ਵਿੱਚ Amazon ਨੇ ਕਾਫੀ ਵਧੀਆ ਟ੍ਰੈਂਡ ਬਣਾਇਆ। ਸੋ ਜਿੰਨੀ ਦੇਰ ਕੋਈ ਪੁੱਲ ਬੈਕ ਨਹੀਂ ਆਉਂਦਾ, ਮਤਲਬ 2-3 ਬੈਕ ਟੂ ਬੈਕ ਗ੍ਰੀਨ ਕੈਂਡਲਸ ਤੋਂ ਬਾਅਦ ਰੈੱਡ ਕੈਂਡਲ ਨਹੀਂ ਆਉਂਦੀਆਂ, ਉਨੀ ਦੇਰ ਆਪਾਂ ਫਿਬ ਦਾ ਯੂਜ਼ ਨਹੀਂ ਕਰਨਾ। ਮਤਲਬ ਲੈਟਸ ਸੇ ਹੁਣ ਜੇ ਤੁਸੀਂ ਕਹੋ ਕਿ ਮੈਂ ਇੱਥੇ ਫਿਬ ਲਾ ਦਾਂ ਜਾਂ ਕੋਈ ਉਹ ਸੈਂਸ ਨਹੀਂ ਬਣਦੀ ਰਾਈਟ, ਕਿਉਂਕਿ ਮਾਰਕੀਟ ਜਿਹੜੀ ਇੱਥੋਂ ਪੁੱਲ ਬੈਕ ਲੈ ਸਕਦੀ ਨਹੀਂ। ਤੁਹਾਨੂੰ ਕੋਈ ਸਾਈਨ ਮਿਲਿਆ ਪੁੱਲ ਬੈਕ ਦਾ, ਜਿੰਨੀ ਦੇਰ ਪ੍ਰੋਪਰ ਪੁੱਲ ਬੈਕ ਦਾ ਸਾਈਨ ਨਹੀਂ ਮਿਲਦਾ ਉਨੀ ਦੇਰ ਆਪਾਂ ਐਂਟਰੀ ਨਹੀਂ ਕਰਨੀ। ਸੋ ਪੁੱਲ ਬੈਕ ਦਾ ਸਾਈਨ ਕਦੋਂ ਮਿਲਿਆ? ਆਹ ਲੈਵਲ ਤੇ। ਜੇ ਤੁਸੀਂ ਦੇਖੋ ਤਾਂ ਇੰਨੀਆਂ ਜਿਹੜੀਆਂ ਗ੍ਰੀਨ ਕੈਂਡਲ ਉਹਦੇ ਵਿੱਚੋਂ 1-2 ਸਿਰਫ ਰੈੱਡ ਕੈਂਡਲ ਆਈਆਂ, ਪਰ ਆਹ ਵਾਲੇ ਲੈਵਲ ਤੇ ਵਿੱਚ ਕੀ ਹੋਇਆ, ਬੈਕ ਟੂ ਬੈਕ 4-5 ਰੈੱਡ ਕੈਂਡਲਸ ਆਈਆਂ ਗ੍ਰੀਨ ਕੈਂਡਲਸ ਦੇ ਟ੍ਰੈਂਡ ਤੋਂ ਬਾਅਦ। ਸੋ ਉਸ ਲੈਵਲ ਤੇ ਹੁਣ ਜੇ ਮੈਂ ਫਿਬ ਲਾ ਕੇ ਦੇਖਦਾ, ਹੁਣ ਲੈਟਸ ਸਪੋਜ਼ ਮੈਨੂੰ ਆਹ ਵਾਲੇ ਲੈਵਲ ਤੋਂ ਬਾਅਦ ਮੈਨੂੰ ਪਤਾ ਨਹੀਂ ਸੀ ਕੀ ਹੋਣਾ ਰਾਈਟ। ਸੋ ਮੈਂ ਲੋਅਰ ਨੂੰ ਹਾਈ ਨਾਲ ਕਨੈਕਟ ਕੀਤਾ। ਸੋ ਇਹਦੇ ਵਿੱਚ ਜੇ ਮੈਂ ਤੁਸੀਂ ਇਹਨੂੰ ਮੈਚ ਕਰੋ ਤਾਂ ਲਗਭਗ ਜਿਹੜਾ ਤੁਹਾਡਾ ਅਗੇਨ ਸੇਮ ਲੈਵਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਜਿਹੜਾ ਮੇਜਰ ਲੈਵਲ ਦੇਖਦੇ ਹਾਂ ਉਹ ਦੇਖਦੇ ਹਾਂ 0.5% ਤੱਕ। ਉਸ ਤੋਂ ਜੇ ਥੱਲੇ ਡ੍ਰੌਪ ਕਰਦਾ ਹੈ ਸਟਾਕ ਤਾਂ ਆਪਾਂ ਉਹਨੂੰ ਯੂਜਲੀ ਅਵੋਇਡ ਕਰੀਦਾ। ਉਹਨੂੰ ਅਵੋਇਡ ਇਸ ਕਰਕੇ ਕਰੀਦਾ ਕਿਉਂਕਿ ਉਹਦੇ 'ਚ ਵੀਕਨੈਸ ਹੋ ਗਈ ਹੁੰਦੀ ਆ। ਤੇ VWAP ਸਭ ਤੋਂ ਜ਼ਿਆਦਾ ਮੋਸਟ ਰਿਲਾਇਬਲ ਇੰਡੀਕੇਟਰ ਕਿਉਂ ਆ? ਕਿਉਂਕਿ ਜਦੋਂ ਸਟਾਕ ਟ੍ਰੈਂਡਿੰਗ ਹੁੰਦੇ ਆ ਇਹ ਮੋਸਟ ਪ੍ਰੋਬੇਬਲੀ 38 ਤੋਂ ਲੈ ਕੇ 50% ਦੇ ਵਿੱਚ ਹੀ ਆਉਂਦਾ। ਸੋ ਦੈਟ ਇਜ਼ ਦਾ ਰੀਜ਼ਨ ਕਿ ਮੋਸਟਲੀ ਰਿਲਾਇਬਲ ਆ, ਕਿਉਂਕਿ ਸਟਾਕ ਜਿਹੜੇ ਆ ਉਸ ਲੈਵਲ ਤੇ ਸਪੋਰਟ ਲੈ ਕੇ ਜਾਂਦੇ ਆ। ਹੁਣ ਲੈਟਸ ਸੀ ਆਹ ਵਾਲੀ ਐਗਜ਼ਾਮਪਲ ਦੇਖਦੇ ਆ। ਸੋ ਇਹਦੇ ਵਿੱਚ ਸਟਾਕ ਨੇ ਸਟਾਰਟਿੰਗ ਦੇ ਵਿੱਚ ਕਾਫੀ ਵਧੀਆ ਅਪ ਟ੍ਰੈਂਡ ਸ਼ੋ ਕੀਤਾ, ਉਸ ਤੋਂ ਬਾਅਦ ਕੰਸੋਲੀਡੇਟ ਹੋਇਆ। ਫਿਰ ਜਦੋਂ ਅਗਲੀ ਗ੍ਰੀਨ ਕੈਂਡਲ VWAP ਤੇ ਬਣ ਲੱਗ ਗਈ, ਇਹਦੇ ਵਿੱਚ ਤੁਹਾਨੂੰ 2 ਕਨਫਰਮੇਸ਼ਨ ਮਿਲ ਗਈਆਂ ਜਿੱਦਾਂ ਟੈਸਲਾ ਦੀ ਐਗਜ਼ਾਮਪਲ 'ਚ ਪਿੱਛੇ ਮਿਲੀਆਂ ਸੀਗੀਆਂ। ਸੋ ਇੱਕ ਕਨਫਰਮੇਸ਼ਨ ਕੀ ਹੈਗੀ ਆ? VWAP ਆ। ਸੋ ਡੈਫੀਨੇਟਲੀ ਇੱਥੇ ਬਾਇੰਗ ਆਰਡਰ ਲੱਗੇ ਹੋਣਗੇ। ਦੂਜੀ ਕਨਫਰਮੇਸ਼ਨ ਕੀ ਆ? 38 ਤੇ 50% ਦੇ ਵਿੱਚ ਆ। ਸੋ ਦੈਟ ਮੀਨਸ ਇਹ ਇੱਕ ਕੀ ਰਿਟਰੇਸਮੈਂਟ ਲੈਵਲ ਆ। ਸੋ ਇਹਦੇ 'ਚ ਆਪਾਂ ਸਟਾਪ ਲਾਸ ਕਿੰਨਾ ਰੱਖ ਸਕਦੇ ਸੀ? ਸੇਮ ਐਗਜ਼ਾਮਪਲ ਲੈਂਦੇ ਆ। ਸੋ ਸਟਾਪ ਲਾਸ ਮੇ ਵੀ ਮੈਂ 61, ਇਸ ਵਾਰੀ ਥੋੜੀ ਮੇਰੀ ਐਂਟਰੀ ਮੇ ਵੀ ਮੈਂ ਵੇਟ ਕਰਦਾ। ਸੋ 50 ਤੋਂ ਥੋੜੀ ਉੱਪਰ ਹੋਣੀ ਸੀ, ਪਿਛਲੀ ਵਾਰੀ 38 ਤੋਂ ਉੱਪਰ ਹੋਈ ਸੀ, ਯਾਰ ਕਿ 50 ਤੋਂ ਥੋੜੀ ਜਿਹੀ ਉੱਪਰ ਹੋਣੀ ਸੀ। ਸੋ ਉਸ ਹਿਸਾਬ ਨਾਲ ਮੇ ਵੀ ਮੇਰਾ ਸਟਾਪ ਲਾਸ ਜਿਹੜਾ ਉਹ 61 ਦੇ ਲੈਵਲ ਤੇ ਬਣਦਾ। ਪਿਛਲੀ ਵਾਰੀ 61 ਤੇ 50 ਦੇ ਵਿੱਚ ਰੱਖਿਆ ਸੀ, ਯਾਰ ਕਿ 61 ਜਾਂ 61 ਤੋਂ ਥੋੜਾ ਥੱਲੇ ਰੱਖ ਸਕਦਾ ਸੀ ਮੈਂ, ਮੇ ਵੀ ਜੇ 61 ਤੇ ਚਲੋ ਆਪਾਂ ਰੱਖ ਕੇ ਦੇਖ ਲੈਂਦੇ ਆ। ਸੋ ਆਹ ਵਾਲਾ ਜਿਹੜਾ ਮੇਰਾ ਸੌਰੀ ਇਹਨੂੰ ਰੇਜ਼ ਕਰਨਾ ਪਊਗਾ। ਸੋ ਇਹਨੂੰ ਮੈਂ ਜੇ ਦੁਬਾਰਾ ਕਰਦਾ, ਸੋ ਮੇਰਾ ਆਹ ਵਾਲਾ ਐਂਟਰੀ ਲੈਵਲ ਆ 61 ਤੇ ਲੈਵਲ ਦੇ ਉੱਪਰ ਮੇਰਾ ਸਟਾਪ ਲਾਸ ਆ। ਮੇਰਾ ਜਿਹੜਾ ਟਾਰਗੇਟ ਆ ਉਹ ਹੈਗਾ ਰੀਸੈਂਟ ਹਾਈਜ਼। ਸੋ ਰੀਸੈਂਟ ਹਾਈਜ਼ ਤੇ ਜੇ ਮੈਂ ਲਾਉਣਾ ਤਾਂ ਉਹ ਬਣਦੇ ਲਗਭਗ 0% ਤੇ, ਯਾਨੀ ਕਿ ਇੱਥੇ। ਤਾਂ ਵੀ ਜਿਹੜੀ ਮੇਰੀ ਰਿਸਕ ਟੂ ਰਿਵਾਰਡ ਅਗੇਨ ਉਹਦੇ ਵਿੱਚ ਬਣੀ ਸੀਗੀ 2.1, ਇਹਦੇ ਵਿੱਚ ਕਿੰਨੀ ਬਣੀ ਆ 2.3:1, ਯਾਨੀ ਕਿ ਉਹਦੇ ਤੋਂ ਵੀ ਜ਼ਿਆਦਾ ਬਣ ਗਈ। ਮਤਲਬ ਲਗਭਗ $2.5 ਦੀ ਜਿਹੜੀ ਰਿਸਕ ਟੂ ਰਿਵਾਰਡ ਰੇਸ਼ੋ ਬਣ ਰਹੀ ਹੈ ਇਹਦੇ ਵਿੱਚ। ਸੋ ਅਗੇਨ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਸੀਗੇ, ਆਹ ਵਾਲੇ ਲੈਵਲ ਦੇ ਉੱਪਰ ਆਪਾਂ ਮੇਜਰ ਆਪਦੇ ਪ੍ਰੋਫਿਟ ਆ ਉਹ ਚੱਕ ਸਕਦੇ ਸੀਗੇ। ਮਾਰਕੀਟ ਨੇ ਉੱਥੇ ਜਾ ਕੇ ਕਿਤੇ ਨਾ ਕਿਤੇ ਦੇਖੋ ਰਜਿਸਟ ਕੀਤਾ ਆ, ਰਜਿਸਟੈਂਸ ਲੈ ਕੇ, ਬਟ ਫਿਰ ਦੁਬਾਰਾ ਬ੍ਰੇਕਆਊਟ ਜਿਹੜਾ ਆਇਆ ਉਹ ਕਾਫੀ ਵਧੀਆ ਆਇਆ। ਸੋ ਅਗਲੇ ਜਿਹੜੇ ਆ ਲੈਟਸ ਸੇ ਇੱਥੇ ਮੈਂ 100 ਸ਼ੇਅਰ ਬਾਏ ਕੀਤੇ, 100 ਦੇ ਵਿੱਚੋਂ ਮੈਂ 70 ਜਾਂ 80 ਇੱਥੇ ਬੰਦ ਕਰਤੇ, ਬਾਕੀ ਜਿਹੜੇ ਮੈਂ ਵਿਦ ਦਾ ਮੂਵ ਜਿਹੜੇ ਪਾਰਸ਼ਲ ਉਹ ਕੈਚ ਕਰੀ ਗਿਆ। ਸੋ ਦੈਟ ਮੀਨਸ ਅਲਟੀਮੇਟਲੀ ਜਿਹੜੀ ਮੇਰੀ ਰਿਸਕ ਟੂ ਰਿਵਾਰਡ ਆ ਮੇ ਬੀ ਐਟ ਦੀ ਐਂਡ ਆਫ ਦਾ ਡੇ ਜਦੋਂ ਮੈਂ ਪ੍ਰੋਪਰ ਕਲੋਜ਼ ਕਰਨਾ ਸੀਗਾ ਟ੍ਰੇਡ, ਉਦੋਂ ਮੇ ਬੀ ਹੋ ਸਕਦੀ ਸੀ 3:1 ਦੀ। ਸੋ ਉਹ ਜਿਹੜਾ ਸਾਰਾ ਮੋਟਿਵ ਆ, ਉਹ ਸਾਰਾ ਜਿਹੜਾ ਓਰੀਜੀਨੇਟ ਕਿੱਥੋਂ ਹੋਇਆ? ਮੇਰੀ ਐਂਟਰੀ ਤੋਂ। ਸੋ ਐਂਟਰੀ ਜਿਹੜੀ ਆ ਉਹ ਤੁਹਾਡੀ ਐਗਜ਼ਿਟ ਡਿਸਾਈਡ ਕਰਦੀ ਹੈ। ਜਦੋਂ ਮੈਂ ਐਂਟਰ ਕਰਨਾ ਮੇਰੇ 2 ਐਗਜ਼ਿਟ ਹੋਣੇ ਚਾਹੀਦੇ ਆ, ਇੱਕ ਆ ਟਾਰਗੇਟ ਐਗਜ਼ਿਟ, ਇੱਕ ਆ ਲਾਸ ਐਗਜ਼ਿਟ, ਯਾਨੀ ਕਿ ਸਟਾਪ ਲਾਸ ਐਗਜ਼ਿਟ। ਸੋ ਦੋਨੋਂ ਜਿਹੜੇ ਮੈਨੂੰ ਪਤਾ ਹੋਣੇ ਚਾਹੀਦੇ। ਹੁਣ ਲੈਟਸ ਸੇ ਜੇ ਮੈਂ ਆਹ ਵਾਲੇ ਲੈਵਲ ਦੇ ਉੱਪਰ ਇੱਥੇ ਕਿਤੇ ਐਂਟਰ ਕਰ ਜਾਂਦਾ ਤਾਂ ਮੇਰਾ ਤਾਂ ਸਟਾਪ ਲਾਸ ਜਿਹੜਾ ਆ ਗਿਆ ਉਹਨੇ ਸਟਾਰਟਿੰਗ 'ਚ ਹੀ ਹਿੱਟ ਕਰ ਜਾਣਾ ਸੀਗਾ। ਸੋ ਦੈਟ ਮੀਨਸ ਪੇਸ਼ੈਂਸ ਇਜ਼ ਦਾ ਕੀ। ਫਿਬ ਜਦੋਂ ਵੀ ਤੁਸੀਂ ਲਾਉਣੇ ਆ ਤੁਹਾਨੂੰ ਪੇਸ਼ੈਂਸ ਰੱਖਣਾ ਪੈਣਾ, ਤੁਹਾਨੂੰ ਵੇਟ ਕਰਨੀ ਪੈਣੀ ਐਂਟਰੀ ਲਈ, ਅਤੇ ਤੁਹਾਨੂੰ ਮੇਨ ਚੀਜ਼ ਜਿਹੜੀ ਦੇਖਣੀ ਪੈਣੀ ਕਿ ਮਾਰਕੀਟ ਦੇ ਵਿੱਚ ਟਰੈਂਡ ਹੋਵੇ। ਹੁਣ ਤੁਸੀਂ ਇਹ ਗੱਲ ਸੋਚ ਰਹੇ ਹੋਵੋਗੇ ਮੈਂ ਇਹ ਗੱਲ ਬਾਰ-ਬਾਰ ਕਿਉਂ ਕਹਿ ਰਿਹਾ ਕਿ ਇਹ ਜਿਹੜੀ ਫਿਬ ਲੈਵਲ ਰਿਟਰੇਸਮੈਂਟ ਲੈਵਲ ਆ ਇਹਨਾਂ ਨੂੰ ਟਰੈਂਡਿੰਗ ਦੇ ਵਿੱਚ ਕਿਉਂ ਯੂਜ਼ ਕਰਨਾ, ਇਹਨੂੰ ਆਪਾਂ ਚੌਪੀ ਮਾਰਕੀਟ 'ਚ ਜਾਂ ਸਾਈਡਵੇਜ਼ ਮਾਰਕੀਟ 'ਚ ਕਿਉਂ ਨਹੀਂ ਯੂਜ਼ ਕਰਨਾ। ਹੁਣ ਇਹਦੀ ਕੋਈ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਲੈਟਸ ਸੇ ਅਸੀਂ ਐਗਜ਼ਾਮਪਲ ਦੇਖਦੇ ਹਾਂ, ਪ੍ਰੋਬਲੀ ਆ ਤਾਂ ਬ੍ਰੇਕਆਊਟ ਕਰ ਗਈ, ਸੋ ਇਹਦੇ ਵਿੱਚ ਤਾਂ ਕਰ ਹੀ ਨਹੀਂ ਸਕਦੇ ਕਿਉਂਕਿ ਇਹਦੇ ਵਿੱਚ ਰਿਵਰਸਲ ਆਇਆ। ਸੋ ਮੇ ਵੀ ਅਸੀਂ ਦੇਖਦੇ ਹਾਂ ਆਹ ਦੇਖੋ ਤੁਸੀਂ ਆਹ ਵਾਲਾ ਜਿਹੜਾ ਜਿਸ ਦਿਨ ਚੌਪੀ ਮਾਰਕੀਟ ਪੂਰੀ ਰਹੀ ਆ। ਸੋ ਚੌਪੀ ਡੇ ਰਿਹਾ, ਇਹਦੇ ਵਿੱਚ ਦੇਖੋ ਕੀ ਹੋਇਆ। ਸੋ ਲੈਟਸ ਸੇ ਆਹ ਵਾਲਾ ਦਿਨ ਆ। ਸੋ Amazon ਦਾ ਸਟਾਕ ਆ, ਸੇਮ 5 ਮਿੰਟ ਟਾਈਮ ਫਰੇਮ ਆ। ਇਹਦੇ ਵਿੱਚ ਕੀ ਹੋਇਆ, ਮਾਰਕੀਟ ਜਦ ਓਪਨ ਹੋਈ ਹੈ Amazon ਨੇ ਪਹਿਲੀ ਗ੍ਰੀਨ ਕੈਂਡਲ ਬਣਾਈ, ਅਗਲੀ ਰੈੱਡ, ਉਸ ਤੋਂ ਬਾਅਦ ਰੈੱਡ, ਫਿਰ ਵੱਡੀ ਰੈੱਡ ਬਣਾ ਕੇ ਫਿਰ 2-3 ਗ੍ਰੀਨ ਬਣਾਤੀਆਂ, ਫਿਰ ਰੈੱਡ ਬਣਾਤੀ, ਫਿਰ ਗ੍ਰੀਨ ਬਣਾਤੀਆਂ, ਉਸ ਤੋਂ ਬਾਅਦ ਫਿਰ ਰੈੱਡ। ਸੋ ਸਾਰਾ ਦਿਨ ਜੇ ਤੁਸੀਂ ਦੇਖੋ ਤਾਂ ਉੱਪਰ ਥੱਲੇ ਘੁੰਮਦਾ ਰਿਹਾ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਮੰਨ ਲਓ ਮੈਂ ਇਹਦੇ ਵਿੱਚ ਫਿਬ ਲਾਉਣਾ, ਲੈਟਸ ਸੇ ਇੱਥੇ ਡਾਊਨ ਟ੍ਰੈਂਡ ਆਇਆ, ਉਸ ਤੋਂ ਬਾਅਦ ਇੱਥੇ ਰਿਟਰੇਸਮੈਂਟ ਆਈ, ਤੁਹਾਨੂੰ ਲੱਗ ਰਿਹਾ ਵੀ ਇੱਥੇ ਰਿਟਰੇਸਮੈਂਟ ਆਈ, ਪਰ ਐਕਚੁਅਲ ਦੇ ਵਿੱਚ
ਤੁਹਾਨੂੰ ਲੱਗਦਾ ਕਲੀਅਰ ਬ੍ਰੇਕਆਊਟ ਸੀਗਾ? ਮਤਲਬ ਜੇ ਸੀਗਾ ਵੀ, ਉਸ ਤੋਂ ਬਾਅਦ ਜਿੰਨੀ ਸ਼ਾਰਪਲੀ ਇਹ ਥੱਲੇ ਗਿਆ ਉਨੀ ਸ਼ਾਰਪਲੀ ਇਹ ਉੱਪਰ ਆ ਗਿਆ। ਸੋ ਦੈਟ ਮੀਨਸ ਕਿਤੇ ਨਾ ਕਿਤੇ ਇਹਦੇ ਵਿੱਚ ਜਿੰਨੇ ਕੁ ਬਾਇੰਗ ਆਰਡਰ ਲੱਗ ਰਹੇ ਉਨੇ ਕੁ ਸੈਲਿੰਗ ਆਰਡਰ ਲੱਗ ਰਹੇ। ਫਿਰ ਐਟ ਦੀ ਐਂਡ ਗੱਲ ਕੀ ਆ ਜਾਂਦੀ ਕਿ ਟਰੈਂਡ ਹੈ ਨਹੀਂ। ਸੋ ਜਦੋਂ ਟਰੈਂਡ ਹੈ ਨਹੀਂ ਆ, ਤੁਹਾਨੂੰ ਓਵਰਆਲ ਇਹਦੇ ਵਿੱਚ ਤੁਸੀਂ ਡਰਾ ਕਰਕੇ ਦੇਖੋਗੇ, ਤੁਹਾਨੂੰ ਆਹ ਚੀਜ਼ ਨਜ਼ਰ ਆਊਗੀ। ਸੋ ਇਹਦੇ ਵਿੱਚ ਕੋਈ ਟਰੈਂਡ ਨਹੀਂ ਹੈਗਾ, ਰਾਈਟ। ਸਾਰਾ ਦਿਨ ਲਗਭਗ ਇੱਥੇ ਕੁ ਓਪਨ ਹੋਇਆ, ਇੱਥੇ ਕੁ ਕਲੋਜ਼ ਹੋ ਗਿਆ, ਇੱਥੇ ਕਿਤੇ ਹਾਈਜ਼ ਆ, ਇੱਥੇ ਕਿਤੇ ਇੱਥੇ ਕਲੋਜ਼ ਆ, ਇੱਥੇ ਹਾਈਜ਼ ਆ। ਸੋ ਦੈਟ ਮੀਨਸ ਇਹਦੇ ਵਿੱਚ ਦੋ ਜ਼ੋਨਸ ਬਣੀਆਂ ਆ, ਆਹ ਵਾਲੀਆਂ। ਸਟਾਕ ਜਿਹੜਾ ਸਾਰਾ ਦਿਨ ਆਹ ਦੋ ਜ਼ੋਨ ਦੇ ਵਿੱਚ ਹੀ ਘੁੰਮਦਾ ਰਿਹਾ। ਇੱਥੇ ਹੁਣ ਆਪਾਂ ਫਿਬ ਲੈਵਲ ਕਿਉਂ ਨਹੀਂ ਲਾ ਸਕਦੇ? ਕਿਉਂਕਿ ਇੱਥੇ ਲਾਉਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤੁਹਾਡਾ ਸਟਾਪ ਲਾਸ ਜਿਹੜਾ ਉਹ ਨਹੀਂ ਡਿਸਾਈਡ ਹੋਣਾ, ਤੁਹਾਡਾ ਜਿਹੜਾ ਟਾਰਗੇਟ ਆ ਉਹ ਨਹੀਂ ਹਿੱਟ ਹੋਣਾ। ਸੋ ਦੈਟ ਇਜ਼ ਦਾ ਰੀਜ਼ਨ। ਇਸੇ ਕਰਕੇ ਆਪਾਂ ਚੌਪੀ ਮਾਰਕੀਟ ਜਾਂ ਸਾਈਡਵੇਜ਼ ਜਦੋਂ ਸਟਾਕ ਮੂਵਮੈਂਟ ਹੁੰਦੀ ਆ, ਉਦੋਂ ਆਪਾਂ ਫਿਬ ਰਿਟਰੇਸਮੈਂਟ ਜਿਹੜੇ ਆ ਨਹੀਂ ਯੂਜ਼ ਕਰੀਦੇ। ਸੋ ਅਲਟੀਮੇਟਲੀ ਗੱਲ ਇੱਥੇ ਆ ਕੇ ਖਤਮ ਹੁੰਦੀ ਆ ਕਿ ਜਦੋਂ ਟ੍ਰੈਂਡਿੰਗ ਮਾਰਕੀਟ ਆ, ਤੁਸੀਂ ਰਿਟਰੇਸਮੈਂਟ ਤਾਂ ਯੂਜ਼ ਕਰਨੀ ਆ। ਬੇਸਿਕਲੀ ਰਿਟਰੇਸਮੈਂਟ ਕੋਈ ਇੰਡੀਕੇਟਰ ਨਹੀਂ ਹੈਗਾ ਸੀ, ਇਹ ਤੁਹਾਨੂੰ ਕੋਈ ਇੰਡੀਕੇਸ਼ਨ ਨਹੀਂ ਦਿੰਦੇ ਕਿ ਸਟਾਕ ਜਿਹੜੀ ਕਿੱਦਾਂ ਦੀ ਮੂਵ ਕਰੂਗਾ। ਰਿਟਰੇਸਮੈਂਟ ਸਾਨੂੰ ਕੀ ਦੱਸਦੇ ਆ? ਜਸਟ ਇੱਕ ਕੈਲਕੂਲੇਸ਼ਨ ਦੱਸਦੇ ਆ ਕਿ ਤੁਸੀਂ ਕਿੱਥੇ ਐਂਟਰ ਕਰ ਸਕਦੇ ਆ, ਆਪਦਾ ਕਿੱਥੇ ਸਟਾਪ ਲਾਸ ਲਾ ਸਕਦੇ ਆ, ਕਿੱਥੇ ਆਪਦਾ ਟਾਰਗੇਟ ਲਾ ਸਕਦੇ ਆ। ਹੁਣ ਲੈਟਸ ਸੇ ਜੇ ਮੈਂ ਕੋਈ ਟ੍ਰੇਡ ਦੇਖ ਰਿਹਾ, ਮੰਨ ਲਓ ਆਹ ਵਾਲਾ ਹੁਣ ਆਹ ਵਧੀਆ ਟ੍ਰੈਂਡਿੰਗ ਡੇ ਸੀਗਾ, ਰਾਈਟ। ਹੁਣ ਮੈਂ ਇੱਥੇ ਜੇ ਇਕੱਲਾ ਐਮਾਜ਼ੋਨ ਦੇਖ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਕਿ ਯਾਰ ਮੈਂ ਇੱਥੇ ਕਿੰਨਾ ਟਾਰਗੇਟ ਰੱਖਾਂ, ਕਿੱਥੇ ਐਂਟਰ ਕਰਾਂ, ਕਿੱਥੇ ਮੈਂ ਆਪਦਾ ਸਟਾਪ ਲਾਸ ਲਾਵਾਂ। ਹੁਣ ਜਦੋਂ ਮੈਨੂੰ ਪਤਾ ਕਿ ਰਿਟਰੇਸਮੈਂਟ ਵਧੀਆ ਲੈਵਲ ਦੇ ਉੱਪਰ ਆਇਆ ਹੋਇਆ, ਸੋ ਪਹਿਲਾਂ ਕੀ ਇਹਨੇ ਕੀਤਾ, ਕਾਫੀ ਵਧੀਆ ਬ੍ਰੇਕਆਊਟ ਉੱਪਰ ਨੂੰ ਦਿੱਤਾ, ਰਿਟਰੇਸ ਕੀਤਾ। ਹੁਣ ਜਦੋਂ ਪਤਾ ਮੈਨੂੰ ਕਿ ਰਿਟਰੇਸ ਜਦੋਂ ਕਰ ਰਿਹਾ, ਕਿਹੜੇ ਲੈਵਲ ਤੱਕ ਮੈਂ ਵੇਟ ਕਰੂੰਗਾ, ਡੈਫੀਨੇਟਲੀ ਵੀਵੈਪ ਜਾਂ ਫਿਰ ਜੇ ਆਪਾਂ ਇੱਥੇ ਫਿਬ ਲਾ ਕੇ ਦੇਖਦੇ ਹਾਂ, ਇਹਦੇ ਆ ਰਹੇ ਲੋਜ਼। ਇਸ ਤੋਂ ਬਾਅਦ ਜੇ ਮੈਂ ਜਾਣਾ ਹਾਈਜ਼ ਤੇ, ਤਾਂ ਮੇਰਾ ਜਿਹੜਾ ਰਿਟਰੇਸਮੈਂਟ ਲੈਵਲ ਆ ਉਹ ਹੋਊਗਾ 38 ਜਾਂ 50 ਤੇ। ਸੋ ਲੈਟਸ ਸੇ ਜਦੋਂ ਇੱਥੋਂ ਤੱਕ ਵੀ ਆਇਆ, 38 ਤੱਕ ਨਹੀਂ ਆਇਆ। ਜੇ ਤੁਸੀਂ ਦੇਖੋ 23 ਦੇ 38 ਦੇ ਵਿੱਚ ਰਿਹਾ, ਇੱਥੇ ਮੈਂ ਐਂਟਰੀ ਨਹੀਂ ਕਰ ਸਕਦਾ, ਉੱਪਰ ਗਿਆ। ਫਿਰ ਅਲਟੀਮੇਟਲੀ ਆਇਆ ਹੈਗਾ 38 ਦੇ ਲੈਵਲ ਤੱਕ, ਜਾਂ ਈਵਨ 50 ਤੱਕ ਵੀ ਆਇਆ। 50 ਤੱਕ ਨਹੀਂ ਆਇਆ, 50 ਤੋਂ ਉੱਪਰ ਰਿਹਾ, ਪਰ 38 ਦੇ ਐਗਜ਼ੈਕਟ ਲੈਵਲ ਤੱਕ ਆਇਆ। ਪਰ ਕਦੋਂ ਆਇਆ? ਉੱਪਰ ਜਾ ਕੇ ਇੱਕ ਵਾਰੀ ਡਬਲ ਟੌਪ ਬਣਾ ਕੇ। ਫਿਰ ਜਦੋਂ ਇਹਨੇ ਆਹ ਵਾਲੇ ਲੈਵਲ ਤੇ, ਹੁਣ ਜੇ ਮੈਂ ਐਂਟਰੀ ਕਰਦਾ ਅਗੇਨ, ਲੈਟਸ ਸੇ ਜਿਹੜੇ ਮੇਰੇ ਆਹ ਵਾਲੇ ਲੈਵਲ ਤੇ, ਸੌਰੀ ਇਹਨੂੰ ਰਿਮੂਵ ਕਰਕੇ ਆਪਾਂ ਯੂਜ਼ ਕਰਦੇ। ਸੋ ਆਹ ਵਾਲੇ ਲੈਵਲ ਤੇ ਜੇ ਮੇਰੀ ਐਂਟਰੀ ਹੈਗੀ ਆ, ਮੇਰਾ ਸਟਾਪ ਲਾਸ ਫੇਰ ਕਿੰਨੇ ਤੇ ਹੋ ਸਕਦਾ? ਮੇਬੀ 61 ਤੇ 50 ਦੇ ਵਿੱਚ ਹੋ ਸਕਦਾ। ਜਿਹੜਾ ਮੇਰਾ ਟਾਰਗੇਟ ਹੋ ਸਕਦਾ ਜਿੱਥੇ ਨੇ ਪਹਿਲੇ ਹਾਈਜ਼ ਬਣਾਏ ਆ। ਸੋ ਹੁਣ ਦੇਖੋ, ਮੈਂ ਆਹ ਚੀਜ਼ ਤਾਂ ਦੇਖੀ ਨਹੀਂ ਸੀ, ਸੇਮ ਰਿਸਕ ਟੂ ਰਿਵਾਰਡ ਬਣੀ ਹੈ, ਐਮਾਜ਼ੋਨ ਦਾ ਹੀ ਚਾਰਟ ਆ। ਸੋ ਅਲਟੀਮੇਟਲੀ ਗੱਲ ਕਿੱਥੇ ਆ ਕੇ ਖਤਮ ਹੁੰਦੀ ਆ ਕਿ ਤੁਹਾਨੂੰ ਟ੍ਰੈਂਡਿੰਗ ਡੇ ਦੇ ਵਿੱਚ ਵਧੀਆ ਰਿਸਕ ਟੂ ਰਿਵਾਰਡ ਦੇ ਹਿਸਾਬ ਨਾਲ ਵਧੀਆ ਪ੍ਰੋਫਿਟ ਟਾਰਗੇਟ ਮਿਲ ਸਕਦਾ ਜੇ ਤੁਹਾਨੂੰ ਵਧੀਆ ਤਰੀਕੇ ਨਾਲ ਫਿਬ ਰਿਟਰੇਸਮੈਂਟ ਲਾਉਣੀ ਆਉਂਦੀ ਹੈ ਤਾਂ। ਸੋ ਇੱਕ ਚੀਜ਼ ਦਾ ਧਿਆਨ ਰੱਖਿਓ, ਰਿਟਰੇਸਮੈਂਟ ਜਿਹੜੀ ਆ ਉਹ ਸਿਰਫ ਤੁਹਾਨੂੰ ਇੱਕ ਰਸਤਾ ਦਿਖਾਉਂਦੀ ਆ। ਹੁਣ ਲੈਟਸ ਸੇ ਮੇਰੇ ਕੋਲ ਕੋਈ ਰਿਟਰੇਸਮੈਂਟ ਨਹੀਂ ਇਸ ਲੈਵਲ ਤੇ ਹੈਗੀ, ਮੈਂ ਸਾਰਾ ਕੁਝ ਇਰੇਜ਼ ਕਰ ਦਿੰਦਾ। ਹੁਣ ਕੋਈ ਮੇਰੇ ਕੋਲ ਰਿਟਰੇਸਮੈਂਟ ਨਹੀਂ ਹੈਗੀ। ਹੁਣ ਮੈਨੂੰ ਇਹ ਗੱਲ ਦੀ ਨਹੀਂ ਸਮਝ ਆ ਰਹੀ, ਕਿਤੇ ਨਾ ਕਿਤੇ ਚਾਰਟ ਨਾ, ਜਿੱਦਾਂ ਦੇਸੀ ਭਾਸ਼ਾ ਨਹੀਂ ਕਹਿੰਦੇ, ਚਾਰਟ ਨੰਗਾ ਜਿਹਾ ਆ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਐਂਟਰ ਕਿੱਥੇ ਕਰਾਂ। ਸੋ ਜਦੋਂ ਮੈਂ ਰਿਟਰੇਸਮੈਂਟ ਲਾਉਣਾ, ਮੈਨੂੰ ਐਨ ਕਲੈਰਿਟੀ ਆ ਜਾਂਦੀ ਮੈਂ ਕਿੱਥੇ ਆਪਦਾ ਸਟਾਪ ਲਾਸ ਰੱਖਣਾ, ਕਿੱਥੇ ਆਪਦਾ ਟਾਰਗੇਟ ਲਾਉਣਾ। ਸੋ ਇਹ ਚੀਜ਼ ਨੂੰ ਕਨਫਿਊਜ਼ ਨਹੀਂ ਹੋਣਾ। ਲੋਕ ਬਹੁਤ ਸਾਰੇ ਕੀ ਕਰਦੇ, ਰਿਟਰੇਸਮੈਂਟ ਨੂੰ ਇੱਕ ਇੰਡੀਕੇਟਰ ਮੰਨ ਕੇ ਚੱਲਦੇ ਆ, ਪਰ ਇਹਨੂੰ ਇੰਡੀਕੇਟਰ ਨਹੀਂ ਮੰਨ ਕੇ ਚੱਲਣਾ, ਇਹਨੂੰ ਇੱਕ ਪ੍ਰਾਈਜ਼ ਕੈਲਕੂਲੇਸ਼ਨ ਮੰਨ ਕੇ ਚੱਲਣਾ। ਕਿੱਥੇ ਮੇਰੀ ਐਂਟਰੀ ਹੈ, ਕਿੱਥੇ ਮੇਰਾ ਸਟਾਪ ਲਾਸ ਆ। ਹਾਂ, ਲਾ ਕੇ ਦੇਖੋ, ਸਟਾਪ ਲਾਸ ਹਿੱਟ ਹੁੰਦਾ ਹੈ, ਕੋਈ ਚੱਕਰ ਨਹੀਂ। ਮੋਸਟ ਪ੍ਰੋਬਬਲੀ ਤੁਹਾਡਾ ਸਟਾਪ ਲਾਸ ਨਹੀਂ ਹਿੱਟ ਹੋਊਗਾ, ਕਿਉਂਕਿ ਜੇ ਟ੍ਰੈਂਡਿੰਗ ਡੇ ਆ ਤਾਂ ਯੂਜਲੀ ਉਹ ਰਿਟਰੇਸ ਕਰਕੇ ਕੂਲ ਆਫ ਹੋ ਕੇ ਜਿਹੜਾ ਸਟਾਕ ਆ ਉਹ ਆਪਦੇ ਟ੍ਰੈਂਡ ਦੇ ਵਿੱਚ ਹੀ ਜਾਂਦਾ, ਅਨਲੈਸ ਕੋਈ ਵੱਡਾ ਬ੍ਰੇਕਡਾਊਨ ਨਹੀਂ ਆਉਂਦਾ ਮਾਰਕੀਟ 'ਚ। ਪਰ ਜੇ ਵੱਡਾ ਬ੍ਰੇਕਡਾਊਨ ਆਉਂਦਾ ਵੀ ਆ, ਤੁਹਾਡਾ ਜਿਹੜਾ ਲਾਸ ਆ ਮਿਨੀਮਲ ਆ, ਕਿਉਂਕਿ ਤੁਸੀਂ ਲੈਵਲ ਦੇ ਉੱਪਰ ਸਟਾਪ ਲਾਸ ਲਾਇਆ ਹੋਇਆ। ਤੁਹਾਨੂੰ ਪਤਾ ਕਿ ਜੇ ਮੈਂ $1 ਦਾ ਜਾਂ $1.5 ਦਾ ਸਟਾਪ ਲਾਸ ਲਾ ਕੇ ਚੱਲ ਰਿਹਾ, ਮੇਰਾ ਜਿਹੜਾ ਟਾਰਗੇਟ ਆ ਡੈਫੀਨੇਟਲੀ $2 ਦਾ ਹੈਗਾ। ਤੇ ਮੋਸਟ ਪ੍ਰੋਬੇਬਲੀ ਜਿੱਦਾਂ ਦੇ ਟ੍ਰੈਂਡਿੰਗ ਡੇਜ਼ ਹੁੰਦੇ ਆ, ਤੁਹਾਡੀ ਇਹ ਵਿਨਿੰਗ ਪ੍ਰੋਬੇਬਿਲਿਟੀ ਜ਼ਿਆਦਾ ਹੁੰਦੀ ਆ। ਸੋ ਹੁਣ ਤੁਹਾਡੀ ਰਿਸਕ ਟੂ ਰਿਵਾਰਡ ਰੇਸ਼ੀਓ ਵਧੀਆ ਹੈ, ਤੁਹਾਡੀ ਵਿਨਿੰਗ ਪ੍ਰੋਬੇਬਿਲਿਟੀ ਵੀ ਜ਼ਿਆਦਾ ਆ। ਡੈਫੀਨੇਟਲੀ ਜਦੋਂ ਆਪਾਂ ਲੌਂਗ ਟਰਮ ਦੇ ਵਿੱਚ ਦੇਖਾਂਗੇ, ਤੁਸੀਂ ਆਪਦੇ ਸਾਲ ਦੇ ਟ੍ਰੇਡ ਦੇਖੋਗੇ ਜਾਂ 6 ਮਹੀਨੇ ਦੇ ਟ੍ਰੇਡ ਦੇਖੋਗੇ, ਤੁਹਾਨੂੰ ਉਹਦੇ ਵਿੱਚ ਵਿਨਿੰਗ ਪ੍ਰੋਬੇਬਿਲਿਟੀ ਜ਼ਿਆਦਾ ਨਜ਼ਰ ਆਊਗੀ, ਤੁਹਾਨੂੰ ਪੋਜ਼ਿਟਿਵ ਰਿਜ਼ਲਟ ਜ਼ਿਆਦਾ ਨਜ਼ਰ ਆਉਣਗੇ। ਪਰ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ, ਇਹਦੇ ਵਿੱਚ ਕਿਉਂ ਜ਼ਿਆਦਾ ਲੋਕ ਫੇਲ ਹੋ ਜਾਂਦੇ, ਕਿਉਂਕਿ ਉਹ ਵੇਟ ਨਹੀਂ ਕਰਦੇ। ਐਕਚੁਅਲ ਪੁੱਲ ਬੈਕ ਲਈ ਜਿਹੜਾ ਵੇਟ ਕਰਨਾ ਬਹੁਤ ਜ਼ਰੂਰੀ ਆ। ਜੋ ਤੁਸੀਂ ਐਕਚੁਅਲ ਪੁੱਲ ਬੈਕ ਦੀ ਵੇਟ ਨਹੀਂ ਕਰਦੇ ਤਾਂ ਤੁਹਾਡੀ ਐਂਟਰੀ ਜਿਹੜੀ ਐਕਸਟੈਂਡਡ ਹੋ ਜਾਂਦੀ ਆ। ਮਤਲਬ ਜਿੱਥੇ ਸਟਾਕ ਨੇ ਕੂਲ ਆਫ ਹੋਣਾ ਹੈ, ਉਹ ਤੋਂ ਪਹਿਲਾਂ ਤੁਸੀਂ ਐਂਟਰ ਕਰ ਜਾਂਦੇ ਐਂਡ ਅਲਟੀਮੇਟਲੀ ਤੁਹਾਡਾ ਜਿਹੜਾ ਸਟਾਪ ਲਾਸ ਹਿੱਟ ਕਰਕੇ ਉਸ ਤੋਂ ਬਾਅਦ ਫਿਰ ਤੁਹਾਡੀ ਫੇਵਰ 'ਚ ਚੱਲ ਜਾਂਦਾ। ਇਹੀ ਰੀਜ਼ਨ ਆ ਕਿ ਜ਼ਿਆਦਾਤਰ ਲੋਕ ਇਹ ਕਹਿੰਦੇ ਆ ਕਿ ਬਾਈ ਮੈਂ ਐਂਟਰ ਕੀਤਾ ਸੀਗਾ, ਉਸ ਤੋਂ ਬਾਅਦ ਸਟਾਪ ਲਾਸ ਹਿੱਟ ਕਰਕੇ ਉਹ ਮੇਰੀ ਫੇਵਰ 'ਚ ਚਲਾ ਗਿਆ। ਈਵਨ ਬਹੁਤ ਵਾਰੀ ਮੇਰੇ ਨਾਲ ਵੀ ਹੁੰਦਾ ਆ, ਪਰ ਦੈਟਸ ਓਕੇ, ਕਿਉਂਕਿ ਜਦ ਮਾਰਕੀਟ ਕਈ ਵਾਰੀ ਚੌਪੀ ਹੁੰਦੀ, ਆਪਾਂ ਨੂੰ ਲੱਗਦਾ ਟ੍ਰੈਂਡ ਬਣ ਰਿਹਾ, ਪਰ ਅਲਟੀਮੇਟਲੀ ਮਾਰਕੀਟ ਉਸੇ ਲੈਵਲ ਤੇ ਆ ਕੇ ਘੁੰਮ ਕੇ ਉੱਥੇ ਆ ਜਾਂਦੀ ਆ। ਪਰ ਉਹ ਚੀਜ਼ਾਂ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ। ਆਪਾਂ ਕੀ ਚੀਜ਼ ਕੰਟਰੋਲ ਕਰ ਸਕਦੇ ਹਾਂ? ਜਿਹੜੀ ਚੀਜ਼ ਆਪਣੇ ਹੱਥ 'ਚ ਆ, ਯਾਨੀ ਕਿ ਐਂਟਰੀ ਤੇ ਐਗਜ਼ਿਟ। ਸੋ ਉਹ ਪਲਾਨ ਕਰਕੇ ਚੱਲੋ, ਆਪਦੇ ਜਿਹੜੇ ਟ੍ਰੇਡ ਆ ਉਹਨਾਂ ਨੂੰ ਪਹਿਲਾਂ ਪਲਾਨ ਕਰਕੇ ਰੱਖੋ, ਮੈਂ ਕਿੱਥੇ ਐਂਟਰ ਕਰਨਾ, ਕਿੱਥੇ ਐਗਜ਼ਿਟ ਕਰਨਾ। ਅਲਟੀਮੇਟਲੀ ਤੁਹਾਨੂੰ ਪੋਜ਼ਿਟਿਵ ਰਿਜ਼ਲਟਸ ਮਿਲਣਗੇ।